ਪਿਆਰੇ ਦੋਸਤੋ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਇਸ ਵੇਲੇ ਸਾਡੇ ਕੋਲ ਅਮਰੀਕਾ ਤੋਂ ਮਹਿਮਾਨ ਜੁੜੇ ਨੇ। ਉਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਨੇ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਵੀ ਨੇ। ਸਰਦਾਰ ਸਮੀਪ ਸਿੰਘ ਜੀ ਗੁਮਟਾਲਾ, ਉਹਨਾਂ ਨਾਲ ਅਕਸਰ ਅਸੀਂ ਇੰਟਰਵਿਊਜ਼ ਕਰਦੇ ਰਹਿੰਦੇ ਹਾਂ, ਖਾਸ ਤੌਰ 'ਤੇ ਉਦੋਂ ਜਦ ਗੱਲ ਆਉਂਦੀ ਆ ਅੰਮ੍ਰਿਤਸਰ ਸ਼ਹਿਰ ਨਾਲ ਕਨੈਕਟੀਵਿਟੀ ਦੀ, ਪੰਜਾਬ ਨਾਲ ਜੁੜਿਆਂ ਦੀ ਹਵਾਈ ਯਾਤਰਾ। ਹਾਂਜੀ ਗੁਮਟਾਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੋ ਸਮਾਂ ਦੇਣ ਲਈ। ਜੀ ਤੁਹਾਡਾ ਅਦਾਰਾ, ਤੁਹਾਡੀ ਸੰਸਥਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਇਹ ਪਹਿਲਾਂ ਵੀ ਆਪਾਂ ਇੱਕ ਦੋ ਵਾਰ ਗੱਲ ਕਰ ਚੁੱਕੇ ਹਾਂ। ਕੋਵਿਡ ਤੋਂ ਪਹਿਲਾਂ ਜਦ ਮੇਰਾ ਖਿਆਲ ਏਅਰ ਏਸ਼ੀਆ ਨੇ ਅੰਮ੍ਰਿਤਸਰ ਅਤੇ ਕੁਆਲਾਲੰਪਰ ਵਿਚਾਲੇ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਸੀ, ਉਦੋਂ ਆਪਣੀ ਗੱਲਬਾਤ ਹੋਈ ਸੀ। ਅਤੇ ਮੈਂ ਪੁੱਛਣਾ ਚਾਹੁੰਦਾ ਕਿ ਇਹ ਚੀਜ਼ਾਂ ਦੁਬਾਰਾ ਹੁਣ ਸੁਰਜੀਤ ਕੀਤੀਆਂ ਜਾ ਰਹੀਆਂ ਕਿਉਂਕਿ ਲੋਕਾਂ ਦੀ ਲੋੜ ਤਾਂ ਹੈ। ਹਾਂਜੀ ਜੀ, ਕੋਵਿਡ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਇੱਕਦਮ ਟਰੈਵਲ 'ਚ ਬਹੁਤ ਵੱਡੀ ਡਿਮਾਂਡ ਆਈ ਹੈ ਅਤੇ ਕਾਫੀ ਫਲਾਈਟਸ ਜਿਹੜੀਆਂ ਨੇ ਰਿਜ਼ਿਊਮ ਹੋਈਆਂ ਅਤੇ ਉਹਦੇ ਵਿੱਚ ਅੰਮ੍ਰਿਤਸਰ ਦੀ ਕਨੈਕਟੀਵਿਟੀ ਮੁੜ ਤੋਂ ਸ਼ੁਰੂ ਹੋਈ। ਸਕੂਟ ਏਅਰਲਾਈਨਸ ਜਿਹੜੀ ਸਿੰਗਾਪੁਰ ਏਅਰਲਾਈਨ ਦੀ ਸਬਸਿਡਰੀ ਹੈ, ਫਿਰ ਮਲਿੰਡੋ ਏਅਰਲਾਈਨ ਹੈ। ਪਰ ਇੱਕ ਹੋਰ ਜਿਹੜੀ ਫਲਾਈਟ ਜਿਹੜੀ ਖਾਸ ਕਰਕੇ ਆਪਾਂ ਗੱਲ ਕੀਤੀ ਸੀ 2018 ਦੇ ਸ਼ੁਰੂ 'ਚ, ਅਤੇ ਜਿਹੜਾ ਕਿ ਬਹੁਤ ਹੀ ਹਰਮਨ ਪਿਆਰੀ ਹੋਈ। ਪਹਿਲਾਂ ਮੈਲਬਨ ਸ਼ੁਰੂ ਹੋਈ, ਫਿਰ ਉਹ ਸ਼ਿਫਟ ਹੋ ਕੇ ਐਵਲੋਨ ਏਅਰਪੋਰਟ ਚਲੀ ਗਈ। ਦੈਟ ਵਾਜ਼ ਏਅਰ ਏਸ਼ੀਆ ਐਕਸ। ਅਤੇ ਉਹਨਾਂ ਦੀ ਹਾਲੇ ਫਲਾਈਟ ਵਾਪਸ ਸ਼ੁਰੂ ਨਹੀਂ ਸੀ ਹੋਈ, ਪਰ ਜਦ ਮੈਂ ਲਾਸਟ ਈਅਰ ਵੀ ਆਇਆ, SBS ਨਾਲ ਗੱਲ ਹੋਈ ਸਿਡਨੀ ਸਟੂਡੀਓ ਨਾਲ ਜੂਨ ਵਿੱਚ, ਅਤੇ ਉਦੋਂ ਵੀ ਮੈਨੂੰ ਆਸਟ੍ਰੇਲੀਆ ਵਿੱਚ ਸਾਰੇ ਮੈਸੇਜ ਇਹੋ ਆਏ ਕਿ ਏਅਰ ਏਸ਼ੀਆ ਐਕਸ ਜਿਹੜੀ ਹੈ ਉਹ ਵਾਪਸ ਜ਼ਰੂਰ ਆਉਣੀ ਚਾਹੀਦੀ ਹੈ। ਵੀ ਯੂਜ਼ ਟੂ ਟਰੈਵਲ ਔਨ ਇਟ। ਸੋ ਮੈਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਦੇ ਜਿਹੜੇ CEO ਨੇ ਬੈਂਜਾਮਿਨ ਇਸਮਾਇਲ ਐਂਡ ਜਿਹੜੇ ਇੰਡੀਆ ਹੈਡ ਨੇ ਸੁਰੇਸ਼ ਨਾਇਰ, ਸੋ ਵੀ ਵਰ ਇਨ ਟੱਚ ਵਿਦ ਦੈਮ ਕਿ ਬਹੁਤ ਡਿਮਾਂਡ ਹੈ, ਵਿੰਟਰ ਸੀਜ਼ਨ ਪੀਕ ਆ ਰਿਹਾ ਹੈ। ਸੋ ਮੈਨੂੰ ਖੁਸ਼ੀ ਹੈ ਹੁਣ 3 ਸਤੰਬਰ ਤੋਂ ਉਹ ਵਾਪਸ 4 ਦਿਨ ਹਫਤੇ ਵਿੱਚ ਸੇਮ 377 ਸੀਟਰ ਅਤੇ ਉਹ ਫਲਾਈਟਸ ਆਪਣੀਆਂ ਰਿਜ਼ਿਊਮ ਕਰ ਰਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਇਹ ਤੇ ਪੁੱਛਣਾ ਮੈਂ ਇਹ ਚਾਹੁੰਦਾ ਕਿ ਅਕਸਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਿਹੜਾ ਰਾਹ ਵਿੱਚ ਸਫ਼ਰ ਹੁੰਦਾ, ਮੰਨ ਲਓ ਕੁਆਲਾਲੰਪਰ ਤੋਂ ਉਹਨਾਂ ਨੇ ਦੁਬਾਰਾ ਜਰਨੀ ਆਪਣੀ ਸ਼ੁਰੂ ਕਰਨੀ ਹੁੰਦੀ ਆ, ਕਈ ਵਾਰ ਬਜ਼ੁਰਗ ਹੁੰਦੇ ਆ, ਬੱਚੇ ਹੁੰਦੇ ਆ, ਉੱਥੇ ਬੜਾ ਸਮਾਂ ਲੱਗ ਜਾਂਦਾ ਕਈ ਵਾਰ। ਹਾਂਜੀ ਜੀ, ਇਹ ਸਵਾਲ ਬਿਲਕੁਲ ਵੈਲਿਡ ਹੈ ਅਤੇ ਮੈਨੂੰ ਇਹੋ ਗੱਲ ਬਹੁਤ ਜਾਣਿਆਂ ਨੇ ਕਹੀ ਕਿ ਸਕੂਟ ਵਿੱਚ ਇੱਕ ਪਾਸੇ ਤੇ ਕਨੈਕਟੀਵਿਟੀ ਬਹੁਤ ਹੀ, ਜਿਹਨੂੰ ਅਸੀਂ ਕਨਵੀਨੀਅੰਟ ਕਹਿ ਲਈਏ, ਸੁਵਿਧਾਜਨਕ ਕਨੈਕਟੀਵਿਟੀ ਹੈ। ਅਤੇ ਇਸੇ ਤਰ੍ਹਾਂ ਮਲਿੰਡੋ ਦੀ ਵੀ ਹੈ ਮੈਲਬਨ, ਬਟ ਉਹ 2 ਥਾਵਾਂ 'ਤੇ ਰੁਕਦੇ ਨੇ। ਅਤੇ ਇਹਨਾਂ ਦੀ ਇਸ ਕਰਕੇ ਹਰਮਨ ਪਿਆਰੀ ਸੀ ਕਿ ਦੋਨੋਂ ਪਾਸਿਓਂ ਤਕਰੀਬਨ 2 to 3 ਆਵਰਸ ਦਾ ਲੇਓਵਰ ਸੀਗਾ, ਅਤੇ ਉਹ ਜਿਹੜੀ ਹੈ ਚੀਜ਼ ਅਸੀਂ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੀਤੀ ਹੈ। ਅਤੇ ਉਹੀ ਜਿਹੜਾ ਲੇਓਵਰ ਹੈ ਹੁਣ ਤਕਰੀਬਨ 2 ਤੋਂ 3 ਘੰਟੇ ਦਾ ਮੁੜ ਹੋ ਕੇ ਤਕਰੀਬਨ 16 ਘੰਟੇ 50 ਮਿੰਟ ਦਾ ਟਾਈਮ ਹੈ ਮੈਲਬਨ ਦਾ। ਸਿਡਨੀ ਵੀ ਤਕਰੀਬਨ 16 ਘੰਟੇ 50 ਮਿੰਟ, ਪਰਥ ਵੀ। ਅਤੇ ਮੈਂ ਇੰਨਾ ਜ਼ਰੂਰ ਦੱਸ ਦਊਂਗਾ, ਗੋਲਡ ਕੋਸਟ ਹਾਂਜੀ ਕੁਝ ਕਨੈਕਸ਼ਨ ਹੁੰਦੇ ਨੇ ਜਦੋਂ ਏਅਰਲਾਈਨ ਸਾਰੇ ਏਅਰਪੋਰਟਸ ਨੂੰ ਬੈਲੈਂਸ ਨਹੀਂ ਕਰ ਸਕਦੀਆਂ, ਅਤੇ ਉੱਥੇ ਫਿਰ ਕਦੀ ਕਦੀ 6 ਤੋਂ 7 ਘੰਟੇ ਦਾ ਸਟੇ ਹੋ ਜਾਂਦਾ ਹੈ, ਵਿਚ ਇਜ਼ ਸਟਿਲ ਪ੍ਰੀਤਿੰਦਰ ਜੀ ਇਟਸ ਸਟਿਲ ਬੈਟਰ। ਕਿਉਂਕਿ ਜੇ ਅਸੀਂ ਟੋਟਲ ਜਰਨੀ ਲਾਈਏ, ਜੇ ਤੁਸੀਂ ਏਅਰ ਇੰਡੀਆ ਦੀ ਫਲਾਈਟ 'ਤੇ ਵੀ ਦਿੱਲੀ ਨੂੰ ਜਾਓ, ਡਾਇਰੈਕਟ ਫਲਾਈਟ 'ਤੇ ਵੀ 15 ਘੰਟੇ, ਫਿਰ ਕਾਫੀ ਲੋਕ ਜਿਹੜੇ ਬੱਸਾਂ 'ਤੇ ਆਉਂਦੇ ਨੇ, ਟੈਕਸੀ 'ਤੇ ਆਉਂਦੇ ਨੇ, ਮਿਨੀਮਮ ਉਹਨਾਂ ਨੂੰ 7 ਤੋਂ 8 ਘੰਟੇ ਲੱਗ ਹੀ ਜਾਂਦੇ ਨੇ। ਸੋ ਦ ਟੋਟਲ ਜਰਨੀ ਇਟ ਇਜ਼ ਸਟਿਲ ਲੇਓਵਰ ਭਾਵੇਂ 4 ਤੋਂ 5 ਘੰਟੇ ਦਾ ਵੀ ਹੋਵੇ, ਅਤੇ ਪਰ ਜੇ ਆਪਾਂ ਕੁੱਲ ਸਮਾਂ ਲਾਈਏ ਉਹ ਫਿਰ ਵੀ ਓਨਾ ਹੀ ਬਣਦਾ ਹੈ ਜਾਂ ਉਹ ਤੋਂ ਕਾਫੀ ਘੱਟ ਬਣਦਾ ਹੈ। ਨਹੀਂ, ਕੋਈ ਸ਼ੱਕ ਨਹੀਂ, ਕਿਉਂਕਿ ਆਪਣੇ ਸ਼ਹਿਰ ਉਤਰਨ ਦਾ, ਆਪਣੇ ਸਟੇਟ ਸੂਬੇ 'ਚ ਉਤਰਨ ਦਾ ਸਵਾਦ ਹੀ ਵੱਖਰਾ। ਖਾਸ ਤੌਰ 'ਤੇ ਉੱਥੇ ਤਾਂ ਭਾਵੇਂ 5-10 ਘੰਟੇ ਕਈ ਵਾਰ ਵੱਧ ਵੀ ਲੱਗ ਜਾਣ, ਬੰਦਾ ਕਹਿੰਦਾ ਨਾਈਟ ਸਟੇ ਕਰਕੇ ਅਗਲੇ ਦਿਨ ਅਸੀਂ ਹਰਿਮੰਦਰ ਸਾਹਿਬ ਜਾਵਾਂਗੇ, ਦੁਰਗਿਆਣੇ ਮੰਦਿਰ ਜਾਵਾਂਗੇ, ਜਲ੍ਹਿਆਂਵਾਲੇ ਬਾਗ ਜਾਵਾਂਗੇ, ਬੱਚਿਆਂ ਨੂੰ ਕੁਛ ਦਿਖਾਵਾਂਗੇ। ਸੋ ਅੰਮ੍ਰਿਤਸਰ ਦੇ ਆਪਣੇ ਲਾਭ ਨੇ। ਖਾਸ ਤੌਰ 'ਤੇ ਅੰਮ੍ਰਿਤਸਰ ਵਾਲਾ ਜਿਹੜਾ ਖਿੱਤਾ ਜਾਂ ਉਹਦੇ ਨਾਲ ਲੱਗਦੇ ਇਲਾਕੇ ਆ, ਉਹਨਾਂ ਲਈ ਤਾਂ ਦਿੱਲੀ ਪਹੁੰਚਣਾ ਹੀ ਕਈ ਵਾਰ ਰੱਬ ਨੂੰ ਹੱਥ ਲਾਉਣਾ ਹੋ ਜਾਂਦਾ। ਹਾਂਜੀ ਜੀ, ਅਤੇ ਦੂਜੀ ਇੱਕ ਵੱਡੀ ਗੱਲ ਇਹ ਹੈ ਕਿ ਜਦੋਂ ਸ਼ੁਰੂ 'ਚ ਜਦੋਂ ਅਸੀਂ SBS 'ਤੇ ਗੱਲ ਕੀਤੀ ਸੀ ਤੁਹਾਡੇ ਨਾਲ 2018 ਵਿੱਚ, ਅਤੇ ਮੈਨੂੰ ਯਾਦ ਹੈ ਉਦੋਂ ਆਈ ਸੀ ਕਿ ਕਿਸੇ ਨੂੰ ਬਹੁਤਿਆਂ ਨੂੰ ਪਤਾ ਨਹੀਂ ਸੀ ਕਿ ਲੋ ਕਾਸਟ ਕੈਰੀਅਰ, ਘੱਟ ਕਿਰਾਏ ਵਾਲੀ ਏਅਰਲਾਈਨ ਦਾ ਕੀ ਹੈਗਾ। ਲੋਕੀ ਪਹਿਲਾਂ ਬੜੇ ਖੁਸ਼ ਹੋਏ, ਪਰ ਬਾਅਦ 'ਚ ਉਹਨਾਂ ਨੂੰ ਲੱਗਾ ਕਿ ਇਹਦੇ 'ਤੇ ਲਗੇਜ ਵੀ ਨਹੀਂ ਤੁਹਾਨੂੰ। ਬਟ ਹੁਣ ਸਾਰਿਆਂ ਨੂੰ ਸਮਝ ਆ ਗਈ ਜਦੋਂ ਇਹ ਫਲਾਈਟ ਕੋਵਿਡ ਤੋਂ ਪਹਿਲਾਂ ਬੰਦ ਹੋਈ। ਮੈਨੂੰ ਖੁਸ਼ੀ ਹੈ ਕਿ ਪੰਜਾਬੀਆਂ ਨੇ ਜਿੰਨਾ ਸਾਥ ਦਿੱਤਾ। there were a big number of passengers going to ਅੰਮ੍ਰਿਤਸਰ, ਸਿਰਫ ਇਸੇ ਏਅਰਲਾਈਨ 'ਤੇ ਨਹੀਂ, ਬਾਕੀਆਂ 'ਤੇ ਵੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ। ਪਰ ਨਾਲ ਜਿਹੜੀ ਵੱਡੀ ਐਡਵਾਂਟੇਜ ਇਹ ਹੈ ਜੀ ਕਿ ਇਹ ਜਿਹੜੇ ਲੋ ਕਾਸਟ ਕੈਰੀਅਰ ਹੁੰਦੇ, ਇਹਨਾਂ ਵਿੱਚ ਪ੍ਰੀਮੀਅਮ ਇਕੋਨਮੀ, ਇਸ ਤਰ੍ਹਾਂ ਖੁੱਲੀਆਂ ਸੀਟਾਂ ਵੀ ਹੁੰਦੀਆਂ ਨੇ। ਕਿਰਾਇਆ ਤੁਸੀਂ ਆਪਣੇ ਹਿਸਾਬ ਨਾਲ ਵਧਵਾ ਵੀ ਸਕਦੇ ਜੇ ਤੁਸੀਂ ਸਮਾਨ ਵੱਧ ਖੜਨਾ ਤੇ ਪੈਸੇ ਵੱਧ ਦੇ ਦਿਓ। ਪਰ ਜਿਹੜੇ ਫੁੱਲ ਸਰਵਿਸ ਕੈਰੀਅਰ ਹੈ, ਜਿਸ ਤਰ੍ਹਾਂ ਮੈਂ ਅੱਜ ਹੀ ਦੇਖ ਰਿਹਾ ਸੀ
ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਤੋਂ ਮੈਲਬਨ ਟਿਕਟ ਦੀ 에ਅਰ ਇੰਡੀਆ ਦੀ ਵਾਇਆ ਦਿੱਲੀ, ਚਲੋ ਗੱਲ ਕਰੀਏ, ਅਸੀਂ ਇਹ ਵੀ ਕਹਿੰਦੇ ਉੱਥੇ ਵੀ ਜਾਓ, ਅਸੀਂ ਕੋਈ ਕਿਸੇ ਇੱਕ 에ਅਰਲਾਈਨ ਦੇ ਨਹੀਂ ਆ, ਇੱਥੇ ਕਲੀਅਰ ਕਰ ਦਈਏ। ਪਰ ਤੁਸੀਂ ਦੇਖੋਗੇ ਕਿਰਾਏ 'ਚ 2 ਤੋਂ 3 ਗੁਣਾ ਫਰਕ ਹੈ। ਸੋ ਇਹ ਐਡਵਾਂਟੇਜ ਜਿਹੜੀ ਹੈ ਪੰਜਾਬੀਆਂ ਨੂੰ ਬਹੁਤ ਬਾਅਦ 'ਚੋਂ ਜਦੋਂ ਸਮਝ ਆਈ ਤੇ ਬਹੁਤ ਚੰਗੀ ਲੱਗੀ ਹੈ। ਤੇ ਮੈਨੂੰ ਫਿਰ ਖੁਸ਼ੀ ਹੈ ਕਿ ਹੁਣ 2 에ਅਰਲਾਈਨ ਸੀ, ਸਕੂਟ, ਮਲਿੰਡੋ, ਨਾਓ देयर इज अ थर्ड ਐਡਡ। ਸੋ ਜਿਹੜੇ ਕਿਰਾਏ ਨੇ ਉਹ ਵੀ ਜਿਹੜੇ ਨੇ ਘਟਣਗੇ। ਮੀਤ ਸਿੰਘ ਜੀ, ਬੜੇ ਲੋਕ ਨੇ ਜਿਹੜੇ ਸਿੰਗਾਪੁਰ ਰਾਹੀਂ ਵੀ ਟਰੈਵਲ ਕਰਦੇ ਆ, ਕੋਈ ਉਸ ਸਿਲਸਿਲੇ 'ਚ ਜਾਣਕਾਰੀ ਹੈ ਤੁਹਾਡੇ ਕੋਲ? ਹਾਂਜੀ ਜੀ, ਉਹ ਕਾਫੀ ਜਾਣੇ ਇਹ ਕਹਿੰਦੇ ਨੇ ਕਿ ਸਿੰਗਾਪੁਰ 에ਅਰਲਾਈਨ ਜਿਹੜੀ ਹੈ ਉਹ ਟੌਪ ਦੀ 에ਅਰਲਾਈਨ ਹੈ, ਉਹ ਅੰਮ੍ਰਿਤਸਰ ਜਾਵੇ। ਸਕੂਟ ਲੋ ਕਾਸਟ ਕੈਰੀਅਰ ਹੈ, ਉਹ 'ਚ ਜਿਹੜਾ ਸਮਾਨ, ਬਟ ਮੈਂ ਤਾਂ ਦੱਸਣਾ ਚਾਹਾਂਗਾ ਕਿ ਸਕੂਟ ਜਿਹੜੀ ਹੈ ਉਹ ਸਿੰਗਾਪੁਰ 에ਅਰਲਾਈਨਸ ਦੀ ਲੋ ਕਾਸਟ ਸਬਸਿਡਰੀ ਹੈ ਤੇ ਇੱਕ ਤਰ੍ਹਾਂ ਦਾ ਇੱਕ ਐਡਵਾਂਟੇਜ ਵੀ ਹੈ। ਅਸੀਂ ਅੰਮ੍ਰਿਤਸਰ ਤੋਂ ਸਿੰਗਾਪੁਰ ਜ਼ਰੂਰ ਤੁਸੀਂ ਸਕੂਟ ਤੇ ਜਾਓਗੇ, ਉਹਨਾਂ ਦੀਆਂ ਕੁਝ ਪ੍ਰੀਮੀਅਮ ਜਾਂ ਸੀਟਾਂ ਹੁੰਦੀਆਂ ਨੇ ਜੇ ਤੁਸੀਂ ਹਾਇਰ ਫੇਅਰ ਪੇ ਕਰਕੇ। ਪਰ ਮੈਨੂੰ ਬਹੁਤੇ ਲੋਕ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਸਿੰਗਾਪੁਰ 에ਅਰ ਦੀ ਟਿਕਟ ਲੈਂਦੇ ਆ ਨਾਲ, ਕਿਉਂਕਿ ਉਹਨਾਂ ਦੀ ਕਨੈਕਟੀਵਿਟੀ ਸਿੰਗਾਪੁਰ ਤੋਂ ਮੈਲਬਨ, ਸਿਡਨੀ, ਪਰਥ ਉੱਥੇ ਵੀ ਹੈ, ਪਰ ਉਹਨਾਂ ਦੀ ਜੇ ਤੁਸੀਂ ਟਿਕਟ ਦਾ ਡਿਫਰੈਂਸ ਦੇਖੋ ਤੇ ਉਹ ਡਿਫਰੈਂਸ ਜ਼ਿਆਦਾ ਹੈ। ਸੋ ਮੈਂ ਇੱਥੇ ਸਾਰਿਆਂ ਨੂੰ ਦੱਸ ਦੇਵਾਂ ਕਿ ਤੁਸੀਂ ਹਾਲੇ ਵੀ singapore.com ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਫਲਾਈਟ ਬੁੱਕ ਕਰ ਸਕਦੇ ਹੋ। ਪਰ ਜਦੋਂ ਫੇਅਰ ਡਿਫਰੈਂਸ ਹੁੰਦਾ ਹੈ ਤੇ ਕਈ ਵਾਰ ਜਦੋਂ ਪਰਿਵਾਰ ਜਾਂਦੇ ਨੇ ਉਹ ਦੇਖ ਲੈਂਦੇ ਨੇ ਕਿ ਹਾਂ ਵੀ ਇੰਨੀ ਬਚਤ ਹੋ ਰਹੀ ਹੈ। ਸੋ ਇਹ ਕਾਫੀ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਕਿ ਤੁਸੀਂ ਸਿੰਗਾਪੁਰ 에ਅਰ ਤੋਂ ਵੀ ਜਾ ਕੇ ਤੇ ਅੰਮ੍ਰਿਤਸਰ ਜਾ ਸਕਦੇ ਹੋ। ਹਾਂਜੀ, ਸਿੰਗਾਪੁਰ ਤੋਂ ਅੰਮ੍ਰਿਤਸਰ ਦਾ ਜਿਹੜਾ ਸੈਕਟਰ ਹੈ ਉਹ ਉਹਨਾਂ ਦੀ ਲੋ ਕਾਸਟ ਸਕੂਟ ਤੇ ਹੋਏਗਾ। ਜੀ, ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿਸ ਕਿਸਮ ਦੀਆਂ ਚੁਣੌਤੀਆਂ ਆ ਰਹੀਆਂ, ਕੀ ਪੰਜਾਬ ਸਰਕਾਰ ਵੱਲੋਂ ਕੋਈ ਸਹਿਯੋਗ ਮਿਲ ਰਿਹਾ? ਜੇ ਆਪਾਂ ਅੰਮ੍ਰਿਤਸਰ ਏਅਰਪੋਰਟ ਦੀ ਡਿਵੈਲਪਮੈਂਟ ਦੀ ਗੱਲ ਕਰਨੀ ਹੋਵੇ ਜਾਂ ਉੱਥੋਂ ਚੱਲਦੀਆਂ ਬੱਸਾਂ ਤਾਂ ਕਿ ਲੋਕ ਘਰੋਂ ਘਰੀ ਸੌਖਿਆਂ ਪਹੁੰਚ ਸਕਣ। ਟੈਕਸੀਆਂ 'ਚ ਕਈ ਵਾਰ ਤੁਹਾਨੂੰ ਪਤਾ ਕਿਰਾਏ ਬਹੁਤ ਹੁੰਦੇ ਆ, ਦਿੱਲੀ ਨਾਲ ਤਾਂ ਦੇਖੋ ਬੱਸਾਂ ਬੜੀਆਂ ਚੱਲਦੀਆਂ। ਹਾਂਜੀ ਜੀ, ਮੈਨੂੰ ਐਕਚੁਅਲੀ ਬਹੁਤ ਅਫਸੋਸ ਹੈ। ਅਸੀਂ ਲਾਸਟ ਈਅਰ ਮੈਂ ਆਸਟ੍ਰੇਲੀਆ ਵੀ ਆਇਆ ਤੇ ਹੋਰ ਜਿਹੜੇ ਪੈਸੇਂਜਰ ਜਾ ਵੀ ਰਹੇ ਸਨ ਉਹਨਾਂ ਨੇ ਵੀ ਇਹੋ ਗੱਲ ਕੀਤੀ ਕਿ ਜਿਹੜੀ ਟਰਾਂਸਪੋਰਟੇਸ਼ਨ ਹੈ ਅੰਮ੍ਰਿਤਸਰ ਦੀ ਉਹ ਨਹੀਂ ਹੈ। ਤੇ ਚਲੋ ਕੇਂਦਰ ਸਰਕਾਰ ਨੇ 에ਅਰਪੋਰਟ ਦੀਆਂ ਫੈਸਿਲਿਟੀਆਂ ਦੇਣੀਆਂ, ਹੋਰ ਜਿਹੜੀਆਂ ਚੀਜ਼ਾਂ ਨੇ ਉਹਦੀ ਤਾਂ ਆਪਾਂ ਚਲੋ ਗੱਲ ਕਰ ਲਾਂਗੇ। ਕਾਫੀ ਵਾਰੀ ਕਹਿ ਦਿੰਦੇ ਆ ਕਿ ਚਲੋ ਦਿੱਲੀ 에ਅਰਪੋਰਟ ਨਾਲ ਕੰਪੀਟੀਸ਼ਨ ਕਰਕੇ ਦੇ ਵਾਂਟ ਟੂ ਪ੍ਰਮੋਟ ਦੈਟ। ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀ, ਜਿਹੜਾ ਸਵਾਲ ਹੈ ਤੇ ਆਪਣੀ ਸੂਬਾ ਸਰਕਾਰ ਕੀ ਕਰ ਰਹੀ ਹੈ, ਤੇ ਉਹਦੇ ਵਿੱਚ ਮੈਂ ਦੱਸ ਦਵਾਂ ਕਿ ਤੁਸੀਂ ਗੱਲ ਕੀਤੀ ਹੈ ਦਿੱਲੀ ਨੂੰ ਬਹੁਤ ਬੱਸਾਂ ਨੇ। ਅੰਮ੍ਰਿਤਸਰ ਇੱਕੋ ਇੱਕ 에ਅਰਪੋਰਟ ਹੋਏਗਾ ਇੰਟਰਨੈਸ਼ਨਲ 에ਅਰਪੋਰਟ ਭਾਰਤ ਦਾ, ਇੰਟਰਨੈਸ਼ਨਲ, ਜਿੱਥੇ ਕੋਈ ਪਬਲਿਕ ਟਰਾਂਸਪੋਰਟੇਸ਼ਨ ਹੀ ਨਹੀਂ ਹੈ। ਇਟਸ ਤੇ ਸਾਨੂੰ ਜੀ ਕੋਵਿਡ ਤੋਂ ਪਹਿਲਾਂ ਪਿਛਲੀ ਸਰਕਾਰ ਵੇਲੇ ਵੀ 2017 ਵਿੱਚ 16 ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਘੱਟੋ ਘੱਟ ਜਿਹੜੀ ਅੰਮ੍ਰਿਤਸਰ ਲੋਕਲ ਬੱਸ ਸੇਵਾ ਚੱਲਦੀ ਹੈ BRTS, ਉਹਨੂੰ ਕਨੈਕਟ ਕੀਤਾ ਜਾਵੇ ਦਰਬਾਰ ਸਾਹਿਬ ਤੇ ਹੋਰਨਾਂ ਥਾਵਾਂ ਥਾਣੀ ਤੁਸੀਂ ਦੱਸਿਆ ਦੁਰਗਾਣਾ ਮੰਦਿਰ, ਵਾਹਗਾ ਬਾਰਡਰ। ਪਰ ਉਹ ਵੀ ਇੱਕ ਹਫ਼ਤਾ ਬੱਸ ਚੱਲੀ, ਦਰਬਾਰ ਸਾਹਿਬ ਤੱਕ ਉਹਨਾਂ ਨੇ ਬੰਦ ਕਰ ਦਿੱਤੀ। ਹੁਣ ਨਵੀਂ ਸਰਕਾਰ ਆਈ ਹੈ, ਮੈਂ ਲਿਖ ਰਿਹਾ, ਹੈਰਾਨੀ ਹੋ ਰਹੀ ਹੈ ਕਿ ਸਰਕਾਰ ਪ੍ਰਮੋਟ ਕਰ ਰਹੀ ਹੈ ਕਿ ਇਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਨੂੰ ਇੰਨੀਆਂ ਸਵਾਰੀਆਂ ਲੈ ਗਏ। ਪਰ ਹੈਰਾਨੀ ਇਹ ਹੈ ਕਿ ਸਿੰਗਾਪੁਰ, ਕੁਆਲਾਲੰਪੁਰ ਦੀਆਂ ਹੁਣ 2 ਫਲਾਈਟਾਂ ਹੋ ਜਾਣੀਆਂ, 4 ਤੇ 4 8 ਫਲਾਈਟਾਂ ਹਫ਼ਤੇ ਦੀਆਂ। ਤੇ ਦੋਹਾ, ਬਰਮਿੰਗਮ, ਲੰਡਨ, ਵੀ ਹੈਵ ਮਿਲਾਨ, ਸ਼ਾਰਜਾ, ਦੁਬਈ, 10 ਡੈਸਟੀਨੇਸ਼ਨਸ ਨੇ। 400 ਅਰਾਈਵਲਸ ਐਂਡ ਡਿਪਾਰਚਰ ਹੋ ਰਹੇ ਨੇ ਜੀ ਇੱਕ ਹਫ਼ਤੇ ਦੇ ਅੰਮ੍ਰਿਤਸਰ ਤੋਂ, ਬਟ ਦੇयर इज नो ਟਰਾਂਸਪੋਰਟੇਸ਼ਨ। ਬਹੁਤ ਵੱਡਾ ਨੰਬਰ ਹੈ। ਸੋ ਇਹ ਗੱਲ ਜਿਹੜੀ ਸੂਬਾ ਜਿਹੜੀ ਸਰਕਾਰ ਹੈ ਉਹਨੂੰ ਫਿਰ ਅਸੀਂ ਬੇਨਤੀ, ਜਿਸ ਤਰ੍ਹਾਂ ਵੀ ਹੈ, ਜੇ ਕੋਈ ਹੈ ਅਸੀਂ ਬੇਨਤੀ ਕਰਦੇ ਰਹਿੰਦੇ ਹਾਂ, ਫਿਰ ਅਸੀਂ ਰਿਕੁਐਸਟ ਕਰਾਂਗੇ ਕਿ ਜਲਦੀ ਤੋਂ ਜਲਦੀ ਸ਼ੁਰੂ ਹੋਵੇ। ਤੇ ਇਹ ਤੁਸੀਂ ਦੱਸਿਆ 3 ਸਤੰਬਰ ਤੋਂ ਹੁਣ ਇਹ ਯਾਤਰਾ ਸ਼ੁਰੂ ਹੋਊਗੀ ਜੇ ਆਪਾਂ 에ਅਰ ਏਸ਼ੀਆ ਦੀ ਗੱਲ ਕਰਨੀ ਹੋਵੇ। ਹਾਂਜੀ, ਮੈਂ ਇੱਥੇ ਦੱਸਣਾ ਚਾਹਾਂਗਾ, ਲਾਸਟ ਟਾਈਮ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਕਨੈਕਟੀਵਿਟੀ ਜੇ ਉੱਥੇ ਲੇਓਵਰ ਨਾ ਹੋਵੇ, ਇਸੇ ਕਰਕੇ 에ਅਰਲਾਈਨ ਕੋਸ਼ਿਸ਼ ਕੀਤੀ ਹੈ ਕਿ ਹਫ਼ਤੇ 'ਚ 2 ਦਿਨ ਫਲਾਈਟ 3 ਵੇਲੇ ਅਰਾਈਵ ਹੋਏਗੀ, ਡੇ 3 and 5 ਵਿਚ ਇਜ਼ ਵੈਨਸਡੇ ਤੇ ਸ਼ੁੱਕਰਵਾਰ, ਤੇ ਐਤਵਾਰ ਤੇ ਸੋਮਵਾਰ ਵਾਲੇ ਦਿਨ ਇਹ ਰਾਤ ਨੂੰ ਆਏਗੀ, ਤਾਂ ਜੋ ਕਨੈਕਟੀਵਿਟੀ ਆਸਟ੍ਰੇਲੀਆ, ਮੈਲਬਨ, ਸਿਡਨੀ, ਪਰਥ ਤੇ ਨਾਲ ਜਿਹੜਾ ਹੈ ਗੋਲਡ ਕੋਸਟ, ਉਹਨਾਂ ਚਾਰਾਂ ਨਾਲ ਹੋ ਜਾਏ। ਜੇ ਕਿਤੇ ਅੱਗੇ ਪਿੱਛੇ ਅਸੀਂ ਕੋਸ਼ਿਸ਼ ਕਰ ਰਹੇ ਕੁਝ ਸਮਾਂ ਹੋਰ ਘਟਾਇਆ ਜਾਵੇ, ਪਰ ਨਾਲ ਦੀ ਨਾਲ ਸਿਡਨੀ ਤੋਂ ਇਹਨਾਂ ਦੀ ਕਨੈਕਟੀਵਿਟੀ ਆਕਲੈਂਡ ਵੀ ਹੈ। ਸੋ ਜਿਹੜੀ ਫਲਾਈਟ ਸਿਡਨੀ ਵਾਲੀ ਹੈ ਉੱਥੇ ਰੁਕ ਕੇ ਫਿਰ ਆਕਲੈਂਡ ਜਾਂਦੀ ਹੈ। ਸੋ ਇੱਕ ਵੱਡੀ ਖਬਰ ਜਿਹੜੀ ਹੋਏਗੀ ਉਹ ਨਿਊਜ਼ੀਲੈਂਡ ਵਾਲੇ, ਆਕਲੈਂਡ ਵਾਲੇ ਵਾਲੀ ਵੀ ਹੋਏਗੀ ਕਿ 16 ਘੰਟੇ 50 ਮਿੰਟ ਤੁਸੀਂ ਅੰਮ੍ਰਿਤਸਰ ਤੋਂ ਸਿਡਨੀ ਪਹੁੰਚੋਗੇ, ਫਿਰ 1 ਘੰਟਾ 15 ਮਿੰਟ ਬਾਅਦ ਤੁਸੀਂ ਸਿਡਨੀ ਤੋਂ ਫਿਰ ਆਕਲੈਂਡ ਚਲੇ ਜਾਓਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਅਸੀਂ ਸਾਰੇ ਤਰ੍ਹਾਂ ਉਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬੀਆਂ ਨੂੰ, ਔਕੜਾਂ ਜਿਸ ਤਰ੍ਹਾਂ ਆਪਾਂ ਗੱਲ ਕੀਤੀਆਂ ਉਸਦਾ 에ਅਰਪੋਰਟ ਤੇ ਕੁਝ ਫੈਸਿਲਿਟੀਜ਼ ਉਹਨਾਂ ਨੂੰ ਦਿੱਲੀ ਵਾਂਗ ਨਾ ਲੱਗਣ, ਪਰ ਅਸੀਂ ਵੱਡੀ ਗੱਲ ਤੁਸੀਂ ਕਿਹਾ ਕਿ ਅਸੀਂ ਜਦੋਂ ਉੱਪਰੋਂ ਲੰਘਦੇ ਹਾਂ ਪ੍ਰੀਤਿੰਦਰ ਜੀ, ਜਦੋਂ ਦੇਖੀਦਾ ਹਰਮੰਦਰ ਸਾਹਿਬ ਤੇ ਉੱਪਰੋਂ ਦਰਸ਼ਨ ਹੁੰਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ
ਤੇ ਜੀ ਕਰਦਾ ਹੈ ਕਿ ਹਾਂ ਇੱਥੇ ਉਤਰੀਏ, ਤੇ ਫਿਰ ਜਦੋਂ ਉਤਰੀਦਾ ਹੈ ਤੇ ਮਨ ਨੂੰ ਬੜਾ ਸੈਟਿਸਫੈਕਸ਼ਨ ਮਿਲਦੀ ਹੈ ਕਿ ਗੁਰੂ